ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਦਾ ਭਾਗ ਚੌਥਾ ਤੁਹਾਡੇ ਨਾਲ ਸਾਂਝਾ ਕਰਾਂਗੇ। ਬਾਬਾ ਆਇਆ ਸਿੰਘ ਜੀ ਨੇ ਅਨੇਕਾਂ ਗੁਰਮੁਖਾਂ ਨੂੰ ਗੁਰਦਿੱਖਿਆ ਦਿੱਤੀ, ਜਿਨ੍ਹਾਂ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਵੀ ਸਨ। ਸੰਤ ਆਇਆ ਸਿੰਘ ਜੀ ਦਾ ਉਹਨਾਂ ਨਾਲ ਅਥਾਹ ਪਿਆਰ ਸੀ, ਖਾਸ ਕਰਕੇ ਉਹ ਆਪਣੇ ਪੁੱਤਰ ਹੀ ਬਾਬਾ ਜਵਾਲਾ ਸਿੰਘ ਜੀ ਨੂੰ ਸਮਝਦੇ ਸਨ। ਜਿਵੇਂ ਤੁਹਾਨੂੰ ਪਿਛਲੇ ਭਾਗਾਂ ਦੇ ਵਿੱਚ ਦੱਸਿਆ ਸੀ ਕਿ ਬਾਬਾ ਜਵਾਲਾ ਸਿੰਘ ਜੀ 34 ਸਿੱਖ ਰੈਜੀਮੈਂਟ ਦੇ ਵਿੱਚ ਨੌਕਰੀ ਕਰਦੇ ਸਨ। ਇਹ ਰੈਜੀਮੈਂਟ ਸਿੱਖ ਰਾਜ ਸਮੇਂ ਤੋਂ ਹੀ ਦੇਸ਼ ਦੀ ਰਾਖੀ ਕਰਦੀ ਆਈ ਹੈ। ਜਦੋਂ ਫਰੰਗੀਆਂ ਨੇ ਪੰਜਾਬ 'ਤੇ ਕਬਜ਼ਾ ਕਰ ਲਿਆ ਤਾਂ ਸਿੱਖ ਰੈਜੀਮੈਂਟਾਂ ਉਹਨਾਂ ਆਪਣੇ ਅਧੀਨ ਲੈ ਲਈਆਂ ਸਨ। ਸਿੰਘਾਂ ਨੂੰ ਲੜਾਕੀ ਤੇ ਬਹਾਦਰ ਕੌਮ ਸਮਝ ਕੇ 14 ਸਿੱਖ, 24 ਸਿੱਖ, 34 ਸਿੱਖ, 36 ਸਿੱਖ, 45 ਸਿੱਖ ਤੇ 47 ਸਿੱਖ ਪਲਟਨਾਂ ਦਾ ਨਾਮ ਸਿੱਖ ਰੈਜੀਮੈਂਟ ਗਰੁੱਪ ਰੱਖ ਦਿੱਤਾ ਸੀ। ਇਹ ਸਿੱਖ ਗਰੁੱਪ ਰੈਜੀਮੈਂਟ ਦੀ 34 ਸਿੱਖ ਪਲਟਨ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਵੀ ਬੜੇ ਸ਼ੌਂਕ ਦੇ ਨਾਲ ਫੌਜ ਦੀ ਨੌਕਰੀ ਕਰਦੇ ਸਨ। ਜਦੋਂ ਸੰਤਾਂ ਨੂੰ ਨੌਕਰੀ ਕਰਦਿਆਂ 3 ਸਾਲ ਹੋ ਗਏ ਤਾਂ ਪਰਾ ਪੂਰਬਲਾ ਅੰਕੁਰ ਜਾਗਿਆ। ਹਜੂਰ ਬਾਬਾ ਆਇਆ ਸਿੰਘ ਜੀ ਨੇ ਆਪ ਸੱਦਾ ਦੇ ਕੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਕਿਉਂਕਿ ਰਾਵਲਪਿੰਡੀ ਏਰੀਏ ਵਿੱਚ ਜਿੰਨੀਆਂ ਵੀ ਸਿੱਖ ਪਲਟਨਾਂ ਸਨ ਉਹਨਾਂ ਦਾ ਡੇਰਾ ਹੋਤੀ ਮਰਦਾਨ ਨਾਲ ਅਥਾਹ ਪ੍ਰੇਮ ਪਿਆਰ ਸੀ। ਨਾਲੇ ਹਰ ਹਫ਼ਤੇ ਕਿਸੇ ਨਾ ਕਿਸੇ ਪਲਟਨ ਵਿੱਚੋਂ ਸੰਗਤਾਂ ਦੀ ਸੇਵਾ ਕਰਨ ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਫੌਜੀ ਜਵਾਨ ਅਕਸਰ ਹੋਤੀ ਮਰਦਾਨ ਆਉਂਦੇ ਰਹਿੰਦੇ ਸਨ। ਇੱਕ ਵਾਰੀ 34 ਸਿੱਖ ਰੈਜੀਮੈਂਟ ਦਾ ਜਥਾ ਸੂਬੇਦਾਰ ਮੇਜਰ ਦੇ ਨਾਲ ਹੋਤੀ ਮਰਦਾਨ ਦੇ ਡੇਰੇ ਪੁੱਜਿਆ। ਜਥੇ ਦੇ ਨਾਲ ਸੰਤ ਜਵਾਲਾ ਸਿੰਘ ਜੀ ਵੀ ਗਏ ਤੇ ਜਾਂਦਿਆਂ ਨੇ ਸੰਤ ਆਇਆ ਸਿੰਘ ਜੀ ਦੇ ਚਰਨਾਂ 'ਤੇ ਸੀਸ ਨਿਵਾਇਆ ਤੇ ਫਿਰ ਸੇਵਾ ਦੇ ਵਿੱਚ ਜੁੜ ਗਏ। ਸ਼ਨੀਚਰਵਾਰ ਤੇ ਐਤਵਾਰ ਦੇ ਦੀਵਾਨ ਦੀ ਸਾਰੀ ਹਾਜ਼ਰੀ ਭਰੀ। ਐਤਵਾਰ ਸ਼ਾਮ ਨੂੰ ਜਦੋਂ ਆਪਣੀ ਪਲਟਨ ਵਿੱਚ ਜਾਣ ਦੀ ਜਥੇ ਨੇ ਆਗਿਆ ਮੰਗੀ ਤਾਂ ਬਾਬਾ ਆਇਆ ਸਿੰਘ ਜੀ ਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਸੂਬੇਦਾਰ ਮੇਜਰ ਨੂੰ ਕਿਹਾ ਕਿ ਤੁਹਾਡੀ ਪਲਟਨ ਵਿੱਚ ਇੱਕ ਹੋਣਹਾਰ ਨੌਜਵਾਨ ਕੰਪਨੀ ਨੰਬਰ 1 ਵਿੱਚ ਹੈ, ਜੋ 3 ਸਾਲ ਤੋਂ ਸਿਪਾਹੀ ਦੀ ਨੌਕਰੀ ਕਰ ਰਿਹਾ ਹੈ। ਉਸ ਦਾ ਨਾਮ ਜਵਾਲਾ ਸਿੰਘ ਹੈ ਤੇ ਅਗਲੇ ਹਫ਼ਤੇ ਤੁਸੀਂ ਉਸ ਨੂੰ ਨਾਲ ਲੈ ਕੇ ਜ਼ਰੂਰ ਆਉਣਾ। ਹੈਰਾਨੀ ਹੁੰਦੀ ਹੈ ਕਿ ਇਹੋ ਜਿਹੇ ਬਚਨ ਸੁਣ ਕੇ, ਪਰ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ। ਕੌਤਿਕਤਾ ਵਰਤਦੇ ਰਹਿੰਦੇ ਨੇ। ਪੰਜ ਪਾਤਸ਼ਾਹ ਜੀ ਨੇ ਭਾਈ ਵੈਲੋ ਨੂੰ ਇਸੇ ਤਰ੍ਹਾਂ ਭਾਈ ਕੇ ਫਫੜੇ ਗੂੜ ਮਾਲਵੇ 'ਚ ਤੋਂ ਬੁਲਾ ਕੇ ਨਦਰੋ ਨਦਰੀ ਨਿਹਾਲ ਕੀਤਾ ਸੀ ਤੇ ਗੁਰੂ ਸਾਹਿਬ ਨੇ ਸੇਵਾ ਦੇ ਵਿੱਚ ਲਾ ਕੇ ਉੱਚ ਅਵਸਥਾ ਬਖਸ਼ੀ ਸੀ। ਗੁਰੂ ਜੀ ਨੇ ਵਰ ਦਿੱਤਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋ। ਸੋ ਬਾਬਾ ਆਇਆ ਸਿੰਘ ਜੀ ਦੇ ਅੰਮ੍ਰਿਤਮਈ ਬਚਨ ਸੁਣ ਕੇ ਸੂਬੇਦਾਰ ਮੇਜਰ ਗਦਗਦ ਹੋ ਗਏ ਤੇ ਹੈਰਾਨ ਵੀ ਹੋਏ। ਸੂਬੇਦਾਰ ਮੇਜਰ ਨੂੰ ਨਿਸ਼ਚਾ ਹੋ ਗਿਆ ਸੀ ਕਿ ਜੇ ਇਸ ਗੁਰਮੁਖ ਨੂੰ ਸੰਤ ਜੀ ਆਪ ਬੁਲਾ ਰਹੇ ਨੇ, ਉਹ ਵੱਡਿਆਂ ਭਾਗਾਂ ਵਾਲਾ ਹੋਵੇਗਾ। ਇਸ ਹੈਰਾਨੀ ਭਰੀ ਸੋਚ ਡੁੱਬਿਆ ਸੂਬੇਦਾਰ ਮੇਜਰ ਰਾਵਲਪਿੰਡੀ ਆਪਣੀ ਪਲਟਨ ਵਿੱਚ ਪਹੁੰਚ ਗਿਆ। ਮਿਲਟਰੀ ਦਾ ਕਾਨੂੰਨ ਹੈ ਕਿ ਰਹਿਰਾਸ ਤੋਂ ਬਾਅਦ ਬਿਗਲ ਵੱਜਦਾ ਅਤੇ ਸਾਰੀ ਰੈਜੀਮੈਂਟ ਦੀ ਗਿਣਤੀ ਕੀਤੀ ਜਾਂਦੀ ਸੀ ਉਹਨਾਂ ਸਮਿਆਂ ਦੇ ਵਿੱਚ, ਤਾਂ ਕਿ ਕੋਈ ਜਵਾਨ ਗੈਰ ਹਾਜ਼ਰ ਨਾ ਹੋਵੇ ਅਤੇ ਦੂਜੇ ਦਿਨ ਪ੍ਰੋਗਰਾਮ ਸੁਣਾਏ ਜਾਂਦੇ ਸਨ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ। ਸੋ ਬਾਅਦ ਵਿੱਚ ਹੌਲਦਾਰ ਮੇਜਰ ਕੰਪਨੀ ਦੇ ਚੰਗੇ ਮਾੜੇ ਜਵਾਨ ਦੀ ਰਿਪੋਰਟ ਰੈਜੀਮੈਂਟ ਦੇ ਸੂਬੇਦਾਰ ਮੇਜਰ ਨੂੰ ਕਰਦਾ ਹੈ। ਜਦੋਂ ਸੂਬੇਦਾਰ ਮੇਜਰ ਰਾਤ ਨੂੰ ਰੈਜੀਮੈਂਟ ਵਿੱਚ ਗਏ ਤਾਂ ਉਹਨਾਂ ਸੰਤ ਬਾਬਾ ਜਵਾਲਾ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ। ਸੰਤਾਂ ਨੇ ਪੂਰਨ ਵਿਧੀ ਨਾਲ ਸਲੂਟ ਮਾਰ ਕੇ ਫਤਿਹ ਬੁਲਾਈ। ਸਲੂਟ ਮਾਰ ਕੇ ਫਤਿਹ ਬੁਲਾਉਣੀ ਸਿੱਖ ਯੂਨਿਟਾਂ ਦਾ ਉਚੇਚਾ ਹੁਕਮ ਸੀ। ਫਿਰ ਸੂਬੇਦਾਰ ਮੇਜਰ ਨੇ ਸੰਤਾਂ ਨੂੰ ਮਹਾਂਪੁਰਸ਼ਾਂ ਵੱਲੋਂ ਮਿਲਿਆ ਹੁਕਮ ਦੱਸਿਆ ਤਾਂ ਸੰਤ ਜਵਾਲਾ ਸਿੰਘ ਜੀ ਹੈਰਾਨ ਹੋ ਗਏ ਕਿ ਉਹ ਤਾਂ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਨੂੰ ਜਾਣਦੇ ਨੇ। ਸੂਬੇਦਾਰ ਨੇ ਕਿਹਾ ਕਿ ਕਾਕਾ, ਭਾਵੇਂ ਤੂੰ ਉਹਨਾਂ ਨੂੰ ਨਹੀਂ ਜਾਣਦਾ, ਪਰ ਅੰਤਰਜਾਮੀ ਤ੍ਰੈਕਾਲਦਰਸ਼ੀ ਮਹਾਂਪੁਰਸ਼ ਤੈਨੂੰ ਜਾਣਦੇ ਨੇ। ਇਸ ਲਈ ਤੂੰ ਆਉਂਦੇ ਸ਼ਨੀਚਰਵਾਰ ਨੂੰ ਹੋਤੀ ਮਰਦਾਨ ਜਾਣ ਦੇ ਲਈ ਤਿਆਰ ਰਵੀਂ। ਸੂਬੇਦਾਰ ਮੇਜਰ ਨੂੰ ਵਿਸ਼ਵਾਸ ਸੀ ਕਿ ਸੰਤ ਆਇਆ ਸਿੰਘ ਤੇ ਜਵਾਲਾ ਸਿੰਘ ਵਿਚਕਾਰ ਜ਼ਰੂਰ ਕੋਈ ਕੌਤਕ ਵਰਤਣ ਵਾਲਾ ਹੈ। ਸੋ ਇਸ ਵਿਚਾਰ ਨੂੰ ਮਨ ਦੇ ਵਿੱਚ ਲੈ ਕੇ ਉਹ ਉਚੇਚੇ ਤੌਰ 'ਤੇ ਹੋਤੀ ਮਰਦਾਨ ਨੂੰ ਜਾ ਰਹੀ ਪਾਰਟੀ ਨਾਲ ਗਿਆ। ਜਦੋਂ ਪਾਰਟੀ ਹੋਤੀ ਮਰਦਾਨ ਪਹੁੰਚੀ ਤਾਂ ਸੰਤ ਆਇਆ ਸਿੰਘ ਜੀ ਨੇ ਯਕਦਮ ਪੁੱਛਿਆ ਕਿ ਉਸ ਕਾਕੇ ਨੂੰ ਨਾਲ ਲੈ ਕੇ ਆਂਦਾ ਕਿ ਨਹੀਂ, ਜਿਸ ਨੂੰ ਲਿਆਉਣ ਦੇ ਲਈ ਅਸੀਂ ਕਿਹਾ ਸੀ। ਸੂਬੇਦਾਰ ਮੇਜਰ ਨੇ ਇਸ਼ਾਰੇ ਨਾਲ ਸੰਤ ਬਾਬਾ ਜਵਾਲਾ ਸਿੰਘ ਜੀ ਪਾਰਟੀ ਵਿੱਚੋਂ ਅੱਗੇ ਆਏ ਅਤੇ ਇਹ ਦਰਸ਼ਨ ਕਰਦਿਆਂ ਹੀ ਗਦਗਦ ਹੋ ਗਏ ਅਤੇ ਨਿਮਰਤਾ ਸਹਿਤ ਸੰਤ ਆਇਆ ਸਿੰਘ ਜੀ ਦੇ ਚਰਨਾਂ 'ਤੇ ਮੱਥਾ ਰੱਖ ਦਿੱਤਾ। ਜਵਾਲਾ ਸਿੰਘ ਦੀ ਆਤਮਾ ਪ੍ਰੇਮ ਨਾਲ ਇੰਨੀ ਵਿਹਵਲ ਹੋ ਗਈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਮੱਥਾ ਚਰਨਾਂ ਤੋਂ ਚੁੱਕਣਾ ਵੀ ਹੈ। ਜਦੋਂ ਸੰਤ ਆਇਆ ਸਿੰਘ ਜੀ ਨੇ ਆਪ ਜਵਾਲਾ ਸਿੰਘ ਜੀ ਦਾ ਮੱਥਾ ਉਤਾਂਹ ਉਠਾਇਆ ਤਾਂ ਉਹਨਾਂ ਦੀਆਂ ਅੱਖਾਂ ਸਜਲ ਸਨ। ਫਿਰ ਮਹਾਂਪੁਰਸ਼ਾਂ ਨੇ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਸੋਧ ਕੇ ਬਾਹਰ ਕੁਟੀਆ ਵਿੱਚ ਸਾਡੇ ਕੋਲ ਆਉਣਾ ਹੈ। ਇਸ ਤੋਂ ਬਾਅਦ ਸੂਬੇਦਾਰ ਮੇਜਰ ਨੇ ਫੌਜੀ ਜਵਾਨਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਵਾਕ ਹੈ, ਸੁੱਖ ਸੇਵਾ ਅੰਦਰ ਰੱਖੀ ਹੈ। ਰਾਤ 10 ਵਜੇ ਤੋਂ ਬਾਅਦ ਸਾਰੀਆਂ ਸੰਗਤਾਂ ਆਪੋ ਆਪਣੇ ਥਾਂ ਸੌਂ ਗਈਆਂ, ਪਰ ਜਵਾਲਾ ਸਿੰਘ ਲਈ ਤਾਂ ਰਾਤ ਮੁੱਕਣ ਵਿੱਚ ਹੀ ਨਹੀਂ ਸੀ। ਮਹਾਂਪੁਰਸ਼ਾਂ ਦਾ ਬਾਗ ਅੰਮ੍ਰਿਤ ਵੇਲੇ ਮਿਲਣ ਦਾ ਮਨ ਵਿੱਚ ਘੁੰਮ ਰਿਹਾ ਸੀ। ਅੰਮ੍ਰਿਤ ਵੇਲਾ ਚੌਥਾ ਪਹਿਰ ਰਾਤ ਦੇ 2 ਵਜੇ ਹੋਇਆ
ਤਾਂ ਬਾਹਰ ਦਿਸ਼ਾ ਵੱਲ ਨੂੰ ਗਏ, ਦਾਤਣ ਕੀਤੀ ਤੇ ਨਦੀ ਵਿੱਚ ਇਸ਼ਨਾਨ ਕਰਕੇ ਡੇਰੇ ਦੀ ਖੂਹੀ ਉੱਤੇ ਸੰਗਤਾਂ ਨੂੰ ਇਸ਼ਨਾਨ ਕਰਵਾਉਣ ਲੱਗ ਪਏ। 4 ਕੁ ਦਾ ਟਾਈਮ ਹੋਇਆ ਤਾਂ ਪ੍ਰਸ਼ਾਦ ਤੇ ਕੁਝ ਫਲ ਲੈ ਕੇ ਸੂਬੇਦਾਰ ਮੇਜਰ ਸਿੰਘ ਨੂੰ ਨਾਲ ਲਿਆ ਤੇ ਬਾਹਰ ਕੁਟੀਆ ਵੱਲ ਨੂੰ ਚੱਲ ਪਏ ਤੇ ਉੱਤਮ ਜਗਿਆਸੂ ਦੇ ਰੂਪ ਦੇ ਵਿੱਚ ਪ੍ਰੇਮ ਤੇ ਬਰਾਗ ਦੇ ਨਾਲ ਗੁਰਬਾਣੀ ਦੀ ਇਹ ਤੁਕ ਪੜ੍ਹਦੇ ਜਾ ਰਹੇ ਸਨ। ਮਿੱਠ ਬੋਲੜਾ ਜੀ ਹਰ ਸਾਜਣ ਸੁਆਮੀ ਮੋਹਰਾ। ਅੱਗੋਂ ਬਾਬਾ ਆਇਆ ਸਿੰਘ ਜੀ ਸਤਚੇਤ ਆਨੰਦੀ ਅਵਸਥਾ ਵਿੱਚ ਨਿਰਵਿਕਲਪ ਸਮਾਧੀ ਵਿੱਚ ਲੀਨ ਸਨ। ਉਹ ਸਰਬਪਾਲਕ ਸਰਬਆਲਗ ਤੇ ਸਰਬਵਿਆਪੀ ਪ੍ਰਮਾਤਮਾ ਨਾਲ ਇੱਕਮਿਕ ਹੋਏ ਸਨ। ਜਦੋਂ ਜਵਾਲਾ ਸਿੰਘ ਸੰਤ ਆਇਆ ਸਿੰਘ ਜੀ ਕੋਲ ਪਹੁੰਚੇ ਤੇ ਡੰਡੋਤ ਬੰਦਨਾ ਕੀਤੀ ਤੇ ਮਹਾਂਪੁਰਸ਼ਾਂ ਨੇ ਅੰਮ੍ਰਿਤ ਰਸ ਨਾਲ ਭਰਪੂਰ ਅੱਖਾਂ ਵਿੱਚ ਪਾ ਕੇ ਤੱਕਿਆ ਤੇ ਕਿਹਾ, ਸਪੁੱਤਰ ਆ ਗਏ ਹੋ? ਹਾਂਜੀ ਪਿਤਾ ਜੀ। ਬਸ ਇੰਨਾ ਹੀ ਉੱਤਰ ਸੀ। ਇਹ ਵਾਕਿਆਤ 1911 ਈਸਵੀ ਦਿਨ ਐਤਵਾਰ ਅੰਮ੍ਰਿਤ ਵੇਲੇ ਦਾ ਹੈ। ਜਿਸ ਤਰ੍ਹਾਂ ਰਾਮਚੰਦਰ ਜੀ ਆਪਣੇ ਗੁਰੂ ਵਿਸ਼ੇਸ਼ਟਾ ਅੱਗੇ ਉਪਦੇਸ਼ ਲੈਣ ਲਈ ਬੈਠੇ ਸਨ, ਉਸੇ ਤਰ੍ਹਾਂ ਸੰਤ ਆਇਆ ਸਿੰਘ ਜੀ ਨੇ ਜਵਾਲਾ ਸਿੰਘ ਨੂੰ ਇੱਕ ਪਾਸੇ ਕਰਕੇ ਜਨਮਾਂ ਜਨਮਾਂਤਰਾਂ ਦੀ ਕੀਤੀ ਭਗਤੀ ਨੂੰ ਪ੍ਰਗਟਾਉਣ ਲਈ ਬਿਠਾ ਲਿਆ। ਜਵਾਲਾ ਸਿੰਘ ਨੂੰ ਉਹਨਾਂ ਨੇ ਆਪਣੇ ਉੱਤਰਾਧਿਕਾਰੀ ਸਮਝ ਕੇ ਉਪਦੇਸ਼ ਦਿੱਤਾ ਤੇ ਅਭਿਆਸ ਦੀਆਂ ਸਾਰੀਆਂ ਵਿਧੀਆਂ ਸਮਝਾ ਦਿੱਤੀਆਂ। ਉਹਨਾਂ ਨੇ ਸੀਸ 'ਤੇ ਅਜਿਹਾ ਹੱਥ ਫੇਰਿਆ ਕਿ ਜਵਾਲਾ ਸਿੰਘ ਨੂੰ 5 ਕੋਸ਼ਾਂ ਤੇ ਪੜ੍ਹਦਿਆਂ ਤੇ ਆਵਾਰਨ ਤੋਂ ਆਦਿ ਪਰਮ ਆਦਿ ਦੂਰ ਕਰਕੇ ਬ੍ਰਹਮ ਵਿੱਚ ਲੀਨ ਕਰ ਦਿੱਤਾ। ਸੋ ਇਸ ਤਰ੍ਹਾਂ ਸੰਤ ਆਇਆ ਸਿੰਘ ਜੀ ਇੱਕੋ ਅੰਮ੍ਰਿਤੀ ਦ੍ਰਿਸ਼ਟੀ ਨਾਲ ਅਸੂਰੀ ਵਿਰਤੀਆਂ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਵਾਲਾ ਸਿੰਘ ਦੇ ਸੀਨੇ 'ਚੋਂ ਬਾਹਰ ਨਿਕਲ ਗਈਆਂ। ਜਨਮਾਂ ਜਨਮਾਂਤਰਾਂ ਦੀ ਮੈਲ ਧੋਤੀ ਗਈ ਤੇ ਨਵ ਨਿਧੀਆਂ ਤੇ 18 ਸਿੱਧੀਆਂ ਪਿੱਛੇ ਫਿਰਨ ਲੱਗੀਆਂ। ਹੁਣ ਤਾਂ ਬਾਬਾ ਆਇਆ ਸਿੰਘ ਜੀ ਨੇ ਜਵਾਲਾ ਸਿੰਘ ਜੀ ਨੂੰ ਆਪਣਾ ਰੂਪ ਹੀ ਬਣਾ ਲਿਆ ਸੀ। ਉਹਨਾਂ ਨੇ ਸੀਨੇ ਵਿੱਚ ਅਜਿਹੀ ਦਿਵ ਜੋਤ ਦਾ ਜਾਗ ਲਾਇਆ ਕਿ ਉਹ ਕੱਚ ਤੋਂ ਕੰਚਨ, ਲੋਹੇ ਤੋਂ ਲਾਲ ਬਣ ਗਏ। ਅੰਤ ਬਾਬਾ ਜਵਾਲਾ ਸਿੰਘ ਜੀ ਨੂੰ ਉਸ ਸਮੇਂ ਫਿਰ ਗਿਆਨ ਹੋ ਗਿਆ ਕਿ ਜੋ ਬ੍ਰਹਮੰਡੇ ਸੋਈ ਪਿੰਡੇ। ਇਸ ਤੋਂ ਬਾਅਦ ਬਾਬਾ ਜਵਾਲਾ ਸਿੰਘ ਜੀ ਉਸ ਸਮੇਂ ਆਪਣੇ ਗੁਰੂ ਦੀ ਆਗਿਆ ਪ੍ਰਾਪਤ ਕਰਕੇ ਨਦੀ ਕਿਨਾਰੇ ਪਹੁੰਚ ਗਏ। ਬਾਸਰ ਲਾ ਕੇ ਇੱਕ ਪਾਸੇ ਸੁੱਟ ਦਿੱਤੇ, ਦਿਗੰਬਰ ਬਣ ਕੇ ਸਮਾਧੀ ਵਿੱਚ ਲੀਨ ਹੋ ਗਏ। ਸਾਰਾ ਦਿਨ ਬੈਠੇ ਰਹੇ। ਜਦੋਂ ਸ਼ਾਮ ਪਈ ਤਾਂ ਪਲਟਨ ਦੀ ਪਾਰਟੀ ਦੇ ਵਾਪਸ ਜਾਣ ਦਾ ਸਮਾਂ ਹੋ ਗਿਆ। ਮੇਜਰ ਸਾਹਿਬ ਨੇ ਪਾਰਟੀ ਦੇ ਸਰੀਰਾਂ ਦੀ ਗਿਣਤੀ ਕੀਤੀ ਤਾਂ ਜਵਾਲਾ ਸਿੰਘ ਉਹਨਾਂ ਵਿੱਚ ਨਹੀਂ ਸਨ। ਸੂਬੇਦਾਰ ਮੇਜਰ ਨੇ ਹੈਰਾਨ ਹੋ ਕੇ ਬਾਬਾ ਆਇਆ ਸਿੰਘ ਜੀ ਨੂੰ ਪੁੱਛਿਆ ਕਿ ਉਹਨਾਂ ਕਿਹਾ ਕਿ ਨਦੀ ਦੇ ਆਲੇ ਦੁਆਲੇ ਦੇਖੋ। ਜਦੋਂ ਭਾਲ ਕੀਤੀ ਤਾਂ ਜਵਾਲਾ ਸਿੰਘ ਜੀ ਉੱਥੇ ਸਮਾਧੀ ਸਥਿਤ ਬੈਠੇ ਸਨ। ਇਹ ਦ੍ਰਿਸ਼ ਦੇਖ ਕੇ ਸੂਬੇਦਾਰ ਸਾਹਿਬ ਨੇ ਮਹਾਰਾਜ ਜੀ ਨੂੰ ਆ ਕੇ ਦੱਸਿਆ, ਹਜ਼ੂਰ ਦਾ ਹੁਕਮ ਹੋਇਆ ਕਿ ਭਾਈ ਸਾਹਿਬ ਦੇ ਕੰਨ ਵਿੱਚ ਜਾ ਕੇ ਕਹੋ ਕਿ ਤੁਹਾਨੂੰ ਮਹਾਰਾਜ ਬੁਲਾਉਂਦੇ ਨੇ, ਬਾਸਰ ਪਹਿਨ ਕੇ ਪਹੁੰਚੋ। ਇਹ ਹੁਕਮ ਸੁਣਦੇ ਸਾਰ ਹੀ ਉਹਨਾਂ ਦੀ ਸਮਾਧੀ ਖੁੱਲ੍ਹ ਗਈ। ਬਾਸਰ ਪਹਿਨੇ ਤੇ ਹਜ਼ੂਰ ਦੇ ਕੋਲ ਪਹੁੰਚ ਗਏ। ਉਹਨਾਂ ਵੱਲ ਤੱਕਦਿਆਂ ਬਾਬਾ ਆਇਆ ਸਿੰਘ ਜੀ ਨੇ ਪੁੱਛਿਆ ਕਿ ਨਗਨ ਹੋ ਕੇ ਕਿਉਂ ਬੈਠੇ ਸੀ? ਤਾਂ ਸੰਤਾਂ ਨੇ ਨਿਮਰਤਾ ਸਹਿਤ ਹੱਥ ਜੋੜੇ ਤੇ ਸਜਲ ਅੱਖਾਂ ਨਾਲ ਉੱਤਰ ਦਿੱਤਾ ਕਿ ਹਜ਼ੂਰ, ਆਪ ਜੀ ਦਾ ਹੁਕਮ ਸੀ ਕਿ ਕਿਸੇ ਅੱਗੇ ਹੱਥ ਨਹੀਂ ਅੱਡਣਾ। ਇਸ ਲਈ ਮੇਰੇ ਮਨ ਨੇ ਸੋਚਿਆ ਜੇ ਤਨ 'ਤੇ ਵਸਤਰ ਆਉਣਗੇ ਤਾਂ ਇਹਨਾਂ ਦੇ ਫਟਣ ਉਪਰੰਤ ਫਿਰ ਨਵੇਂ ਵਸਤਰਾਂ ਲਈ ਕਿਸੇ ਅੱਗੇ ਹੱਥ ਅੱਡਣਾ ਹੀ ਪਵੇਗਾ। ਤੁਸੀਂ ਦਾਰਾ ਸਵਾਲੀ ਨੂੰ ਕੋਈ ਬਖਸ਼ਿਸ਼ ਹੀ ਕਰਿਆ ਕਰੋਗੇ। ਇਸ ਲਈ ਹੁਣ ਤੁਸੀਂ ਆਪਣੀ ਪਾਰਟੀ ਨਾਲ ਆਪਣੀ ਪਲਟਨ ਵਿੱਚ ਜਾਵੋ। ਫਿਰ ਸੰਤਾਂ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ, ਆਪ ਜੀ ਦਾ ਹੁਕਮ ਹੈ ਕਿ ਪਲਟਨ ਵਿੱਚ ਰਾਤ ਦੇ ਸਮੇਂ ਸੋਣਾ ਨਹੀਂ। ਇਸ ਲਈ ਦਾਸ ਰਾਤ ਨੂੰ ਪਲਟਨ ਵਿੱਚੋਂ ਬਾਹਰ ਇਕਾਂਤ ਜਗ੍ਹਾ ਕਿਸ ਤਰ੍ਹਾਂ ਜਾ ਸਕਦਾ ਹੈ? ਤੇ ਇਹ ਜੋ ਖੰਖਾਰ ਪਠਾਣ ਹਨ ਹਮੇਸ਼ਾ ਸਿੱਖਾਂ ਨਾਲ ਖਾਰ ਖਾਂਦੇ ਨੇ। ਤਾਂ ਬਾਬਾ ਆਇਆ ਸਿੰਘ ਜੀ ਨੇ ਬਚਨ ਕੀਤਾ ਕਿ ਤੁਸੀਂ ਨਿਤਾੜਕ ਹੋ ਕੇ ਬਾਹਰ ਵਿਰਾਜੋ। ਤੁਹਾਡੀ ਹਵਾ ਵੱਲ ਵੀ ਕੋਈ ਦੁਸ਼ਟ ਆਤਮਾ ਝਾਕ ਨਹੀਂ ਸਕਦੀ, ਨਾ ਹੀ ਕੋਈ ਮੈੜੀ ਆਤਮਾ ਤੁਹਾਡਾ ਪਿੱਛਾ ਕਰ ਸਕਦੀ ਹੈ ਤੇ ਨਾ ਹੀ ਤੁਹਾਡੇ ਜਲਾਲ ਦੀ ਤਾਬ ਸਾਹਮਣੇ ਖੜੋ ਸਕਦੀ ਹੈ। ਬਾਬਾ ਆਇਆ ਸਿੰਘ ਜੀ ਦੇ ਨੇੜੇ ਖੜੇ ਸੂਬੇਦਾਰ ਮੇਜਰ ਨੂੰ ਵੀ ਕਹਿ ਦਿੱਤਾ ਕਿ ਭਾਈ ਜਵਾਲਾ ਸਿੰਘ ਉੱਤੇ ਲਾਈਨ ਵਿੱਚ ਵਿਰਾਜਣ ਦਾ ਆਰਡਰ ਲਾਗੂ ਨਹੀਂ ਹੋਣਾ ਚਾਹੀਦਾ। ਤੁਸੀਂ ਕਰਨਲ ਸਾਹਿਬ ਨੂੰ ਆ ਕੇ ਮੁਆਫ ਕਰਵਾ ਦੇਣਾ। ਸੂਬੇਦਾਰ ਨੇ ਹੱਥ ਜੋੜ ਕੇ 7 ਵਚਨ ਕਿਹਾ ਤੇ ਬੇਨਤੀ ਕੀਤੀ ਕਿ ਹਜ਼ੂਰ, ਆਪ ਜੀ ਦਾ ਹੁਕਮ ਅਟੱਲ ਮੰਨਿਆ ਜਾਵੇਗਾ। ਇਸ ਤਰ੍ਹਾਂ 34 ਸਿੱਖ ਰਹਿਮਣ ਦੀ ਇਹ ਪਾਰਟੀ ਮਹਾਰਾਜ ਜੀ ਤੋਂ ਆਗਿਆ ਲੈ ਕੇ ਤੇ ਆਦਰ ਭਾਵ ਨਾਲ ਨਮਸਕਾਰਾਂ ਕਰਕੇ ਆਪਣੀ ਰਜਮੈਂਟ ਦੇ ਵਿੱਚ ਰਾਵਲਪਿੰਡੀ ਆ ਗਈ। ਸੋ ਇਸ ਤਰ੍ਹਾਂ ਇਹ ਸਾਰਾ ਗੋਤਕ ਬਾਬਾ ਆਇਆ ਸਿੰਘ ਜੀ ਵੱਲੋਂ ਵਰਤਾਇਆ ਗਿਆ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।